प्यारे विद्यार्थियों, आप सब ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ 11ਵੀਂ ਜਮਾਤ ਦੇ ਪਾਠ 6 ਪ੍ਰੋਗਰਾਮਿੰਗ ਅਤੇ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਧਾਰਨਾ ਵਿੱਚ ਡਿਸਕਸ ਕੀਤੇ ਟੌਪਿਕਸ ਨੂੰ ਪ੍ਰੈਜੈਂਟੇਸ਼ਨ ਰਾਹੀਂ ਸਮਝਣ ਜਾ ਰਹੇ ਹਾਂ। ਪ੍ਰੋਗਰਾਮ ਕੀ ਹੁੰਦਾ ਹੈ? ਵਾਟ ਇਜ਼ ਪ੍ਰੋਗਰਾਮ? ਪ੍ਰੋਗਰਾਮ ਮੁੱਢਲੇ ਤੌਰ ਤੇ ਕਿਸੇ ਕੰਮ ਨੂੰ ਕਰਨ ਲਈ ਕੰਪਿਊਟਰ ਦੁਆਰਾ ਸਮਝੀਆਂ ਜਾਣ ਵਾਲੀਆਂ ਹਦਾਇਤਾਂ ਦਾ ਸਮੂਹ ਹੁੰਦੇ ਨੇ। ਪ੍ਰੋਗਰਾਮ ਨੂੰ ਲਿਖਣ ਦਾ ਪ੍ਰੋਸੈਸ ਪ੍ਰੋਗਰਾਮਿੰਗ ਅਖਵਾਉਂਦਾ ਹੈ ਤੇ ਉਹ ਵਿਅਕਤੀ ਜੋ ਪ੍ਰੋਗਰਾਮ ਲਿਖਦਾ ਹੈ ਉਸ ਨੂੰ ਪ੍ਰੋਗਰਾਮਰ ਕਿਹਾ ਜਾਂਦਾ ਹੈ। ਜਦੋਂ ਪ੍ਰੋਗਰਾਮਰ ਕਿਸੇ ਪ੍ਰੋਗਰਾਮ ਨੂੰ ਲਿਖਦਾ ਹੈ ਤਾਂ ਉਸ ਸਮੇਂ ਇੱਕ ਖਾਸ ਪ੍ਰੋਸੈਸ ਵਿੱਚੋਂ ਲੰਘਦਾ ਹੈ। ਪ੍ਰੋਗਰਾਮ ਬਣਾਉਣ ਦਾ ਇਹ ਪ੍ਰੋਸੈਸ ਪ੍ਰੋਗਰਾਮਿੰਗ ਪ੍ਰੋਸੈਸ ਅਖਵਾਉਂਦਾ ਹੈ। ਸੌਫਟਵੇਅਰ ਕੀ ਹੁੰਦਾ ਹੈ? ਵਾਟ ਇਜ਼ ਸੌਫਟਵੇਅਰ? ਸੌਫਟਵੇਅਰ ਕੰਪਿਊਟਰ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਜੋ ਕੰਪਿਊਟਰ ਤੋਂ ਕਿਸੇ ਕੰਮ ਨੂੰ ਕਰਵਾਉਣ ਲਈ ਬਣਾਇਆ ਜਾਂਦਾ ਹੈ। ਸੌਫਟਵੇਅਰ ਦੋ ਕਿਸਮਾਂ ਦੇ ਹੁੰਦੇ ਹੈ, ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ। ਸਿਸਟਮ ਸੌਫਟਵੇਅਰ ਨੂੰ ਕੰਪਿਊਟਰ ਸਿਸਟਮ ਦੇ ਕੰਮਾਂ ਕਾਰਾਂ ਅਤੇ ਹਾਰਡਵੇਅਰ ਨੂੰ ਕੰਟਰੋਲ ਕਰਨ ਅਤੇ ਵਰਤਣ ਲਈ ਬਣਾਇਆ ਜਾਂਦਾ ਹੈ, ਜਦੋਂ ਕਿ ਐਪਲੀਕੇਸ਼ਨ ਸੌਫਟਵੇਅਰਾਂ ਨੂੰ ਕੰਪਿਊਟਰ ਸਿਸਟਮ ਦੁਆਰਾ ਕਿਸੇ ਖਾਸ ਕੰਮ ਨੂੰ ਕਰਨ ਲਈ ਬਣਾਇਆ ਜਾਂਦਾ ਹੈ। ਸਿਸਟਮ ਪ੍ਰੋਗਰਾਮਾਂ ਨੂੰ ਲਿਖਣਾ ਸਿਸਟਮ ਪ੍ਰੋਗਰਾਮਿੰਗ ਅਖਵਾਉਂਦਾ ਹੈ, ਜਦੋਂ ਕਿ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਲਿਖਣਾ ਐਪਲੀਕੇਸ਼ਨ ਪ੍ਰੋਗਰਾਮਿੰਗ ਅਖਵਾਉਂਦਾ ਹੈ। ਤੇ ਉਹ ਵਿਅਕਤੀ ਜੋ ਸਿਸਟਮ ਪ੍ਰੋਗਰਾਮ ਲਿਖਦਾ ਹੈ ਉਸ ਨੂੰ ਸਿਸਟਮ ਪ੍ਰੋਗਰਾਮਰ ਕਿਹਾ ਜਾਂਦਾ ਹੈ ਅਤੇ ਉਹ ਵਿਅਕਤੀ ਜੋ ਐਪਲੀਕੇਸ਼ਨ ਪ੍ਰੋਗਰਾਮ ਲਿਖਦਾ ਹੈ ਉਸ ਨੂੰ ਐਪਲੀਕੇਸ਼ਨ ਪ੍ਰੋਗਰਾਮਰ ਕਿਹਾ ਜਾਂਦਾ ਹੈ। ਪ੍ਰੋਗਰਾਮਿੰਗ ਭਾਸ਼ਾਵਾਂ। ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਕੰਪਿਊਟਰ ਵਿੱਚ ਹਦਾਇਤਾਂ ਲਿਖਣ ਲਈ ਕੀਤੀ ਜਾਂਦੀ ਹੈ। ਇਹਨਾਂ ਭਾਸ਼ਾਵਾਂ ਵਿੱਚ ਪਹਿਲਾਂ ਤੋਂ ਹੀ ਨਿਰਧਾਰਤ ਸ਼ਬਦਾਵਲੀ ਅਤੇ ਕਥਨ ਹੁੰਦੇ ਹਨ। ਇਸ ਸ਼ਬਦਾਵਲੀ ਅਤੇ ਕਥਨਾਂ ਦਾ ਇਸਤੇਮਾਲ ਕਰਕੇ ਕੰਪਿਊਟਰ ਵਿੱਚ ਹਦਾਇਤਾਂ ਲਿਖੀਆਂ ਜਾਂਦੀਆਂ ਹਨ। ਸਿਸਟਮ ਪ੍ਰੋਗਰਾਮ ਜਿਵੇਂ ਕਿ ਆਪਰੇਟਿੰਗ ਸਿਸਟਮ ਨੂੰ ਤਿਆਰ ਕਰਨ ਲਈ ਪ੍ਰੋਗਰਾਮਰ ਨੂੰ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਭਾਗਾਂ ਨੂੰ ਕੰਟਰੋਲ ਕਰਨ ਦੀ ਪ੍ਰੋਗਰਾਮਿੰਗ ਕਰਨੀ ਪੈਂਦੀ ਹੈ। ਇਹ ਸਿਰਫ ਤਾਂ ਹੀ ਸੰਭਵ ਹੈ ਜੇ ਪ੍ਰੋਗਰਾਮਰ ਇਹਨਾਂ ਹਾਰਡਵੇਅਰ ਭਾਗਾਂ ਦੀ ਅੰਦਰੂਨੀ ਬਣਤਰ ਬਾਰੇ ਜਾਣਕਾਰੀ ਰੱਖਦਾ ਹੋਵੇ। ਇਸ ਲਈ ਸਿਸਟਮ ਪ੍ਰੋਗਰਾਮਿੰਗ ਉਹਨਾਂ ਕੁਸ਼ਲ ਪ੍ਰੋਗਰਾਮਰਾਂ ਲਈ ਸੰਭਵ ਹੈ ਜੋ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਭਾਗਾਂ ਦੀ ਅੰਦਰੂਨੀ ਬਣਤਰ ਸੰਬੰਧੀ ਵਿਸਥਾਰਤ ਜਾਣਕਾਰੀ ਰੱਖਦੇ ਹੋਣ। ਮਸ਼ੀਨ ਅਸੈਂਬਲੀ ਅਤੇ ਸੀ ਭਾਸ਼ਾ ਸਿਸਟਮ ਪ੍ਰੋਗਰਾਮ ਤਿਆਰ ਕਰਨ ਲਈ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ। ਐਪਲੀਕੇਸ਼ਨ ਪ੍ਰੋਗਰਾਮ ਖਾਸ ਐਪਲੀਕੇਸ਼ਨ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਣਾਏ ਜਾਂਦੇ ਹਨ, ਜਿਵੇਂ ਕਿ ਸਟੂਡੈਂਟ ਮੈਨੇਜਮੈਂਟ ਸਿਸਟਮ, ਲਾਇਬ੍ਰੇਰੀ ਮੈਨੇਜਮੈਂਟ ਸਿਸਟਮ, ਪੇਰੋਲ ਸਿਸਟਮ ਆਦਿ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਬਣਾਉਣ ਲਈ ਪ੍ਰੋਗਰਾਮਰ ਨੂੰ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਭਾਗਾਂ ਨੂੰ ਕੰਟਰੋਲ ਕਰਨ ਵਾਲੀ ਪ੍ਰੋਗਰਾਮਿੰਗ ਦੀ ਜ਼ਰੂਰਤ ਨਹੀਂ ਪੈਂਦੀ। ਇਸ ਤਰ੍ਹਾਂ ਦੇ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ ਪਾਈਥਨ, ਕਬੋਲ, ਫੋਰਟਰੈਨ, ਬੇਸਿਕ, ਜਾਵਾ ਆਦਿ ਪ੍ਰੋਗਰਾਮਿੰਗ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ। ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਕਿਸਮਾਂ। ਟਾਈਪਸ ਆਫ ਪ੍ਰੋਗਰਾਮਿੰਗ ਲੈਂਗੁਏਜਸ। ਕੰਪਿਊਟਰ ਪ੍ਰੋਗਰਾਮਿੰਗ ਲਈ ਬਹੁਤ ਸਾਰੀਆਂ ਭਾਸ਼ਾਵਾਂ ਉਪਲਬਧ ਹਨ। ਇਹਨਾਂ ਭਾਸ਼ਾਵਾਂ ਨੂੰ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟੇਗਰੀਜ਼ ਵਿੱਚ ਵੰਡਿਆ ਜਾ ਸਕਦਾ ਹੈ। ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਮੁੱਖ ਦੋ ਕੈਟੇਗਰੀਜ਼ ਨੇ, ਲੋ ਲੈਵਲ ਭਾਸ਼ਾਵਾਂ ਤੇ ਹਾਈ ਲੈਵਲ ਭਾਸ਼ਾਵਾਂ। ਲੋ ਲੈਵਲ ਭਾਸ਼ਾਵਾਂ ਵਿੱਚ ਅੱਗੇ ਦੋ ਕੈਟੇਗਰੀਜ਼ ਨੇ, ਮਸ਼ੀਨ ਭਾਸ਼ਾ ਅਤੇ ਅਸੈਂਬਲੀ ਭਾਸ਼ਾ। ਲੋ ਲੈਵਲ ਭਾਸ਼ਾਵਾਂ, ਲੋ ਲੈਵਲ ਲੈਂਗੁਏਜਸ। ਮਸ਼ੀਨ ਅਤੇ ਅਸੈਂਬਲੀ ਭਾਸ਼ਾਵਾਂ ਨੂੰ ਲੋ ਲੈਵਲ ਭਾਸ਼ਾਵਾਂ ਕਿਹਾ ਜਾਂਦਾ ਹੈ। ਇਹ ਭਾਸ਼ਾਵਾਂ ਕੰਪਿਊਟਰ ਹਾਰਡਵੇਅਰ ਨਾਲ ਸਿੱਧਾ ਸੰਪਰਕ ਕਰ ਸਕਦੀਆਂ ਨੇ। ਇਹ ਭਾਸ਼ਾਵਾਂ ਡਿਵਾਈਸ ਡਰਾਈਵਰਸ, ਆਪਰੇਟਿੰਗ ਸਿਸਟਮ ਲਈ ਕਰਨਲਸ, ਹਾਈ ਪਰਫਾਰਮੈਂਸ ਕੋਡ ਆਦਿ ਡਿਵੈਲਪ ਕਰਨ ਲਈ ਵਰਤੀਆਂ ਜਾਂਦੀਆਂ ਨੇ। ਮਸ਼ੀਨ ਭਾਸ਼ਾ। ਮਸ਼ੀਨ ਭਾਸ਼ਾ ਕੰਪਿਊਟਰ ਸਿਸਟਮ ਦੀ ਮੁੱਢਲੀ ਭਾਸ਼ਾ ਹੈ, ਕਿਉਂਕਿ ਇਸ ਭਾਸ਼ਾ ਨੂੰ ਕੰਪਿਊਟਰ ਸਿੱਧਾ ਹੀ ਬਿਨਾਂ ਕਿਸੇ ਭਾਸ਼ਾ ਟਰਾਂਸਲੇਟਰ ਦੀ ਮਦਦ ਦੇ ਸਮਝ ਸਕਦਾ ਹੈ। ਇਸ ਭਾਸ਼ਾ ਦੀ ਹਰ ਇੱਕ ਹਦਾਇਤ ਸਿਰਫ ਦੋ ਬਾਈਨਰੀ ਅੰਕਾਂ 0 ਅਤੇ 1 ਤੋਂ ਮਿਲ ਕੇ ਬਣੀ ਹੁੰਦੀ ਹੈ, ਇਸ ਲਈ ਇਸ ਨੂੰ ਬਾਈਨਰੀ ਭਾਸ਼ਾ ਵੀ ਕਿਹਾ ਜਾਂਦਾ ਹੈ। ਮਸ਼ੀਨ ਭਾਸ਼ਾ ਨੂੰ ਵਰਤਣ ਦੇ ਕਈ ਲਾਭ ਵੀ ਹੁੰਦੇ ਹਨ ਤੇ ਹਾਨੀਆਂ ਵੀ। ਆਓ ਪਹਿਲਾਂ ਆਪਾਂ ਮਸ਼ੀਨ ਭਾਸ਼ਾ ਦੇ ਲਾਭ ਜਾਣ ਲੈਂਦੇ ਹਾਂ। ਬਾਈਨਰੀ ਰੂਪ ਵਿੱਚ ਹਦਾਇਤਾਂ ਨੂੰ ਬਿਨਾਂ ਕਿਸੇ ਟਰਾਂਸਲੇਸ਼ਨ ਦੇ ਸਿੱਧਾ ਹੀ ਕੰਪਿਊਟਰ ਦੁਆਰਾ ਸਮਝ ਲਿਆ ਜਾਂਦਾ ਹੈ। ਕਿਉਂਕਿ ਮਸ਼ੀਨ ਲੈਂਗੁਏਜ ਕੰਪਿਊਟਰ ਦੀ ਆਪਣੀ ਬੇਸਿਕ ਭਾਸ਼ਾ ਹੈ ਜਿਹਦੇ ਵਿੱਚ 0 ਤੇ 1 ਵਰਤਿਆ ਜਾਂਦਾ ਹੈ, ਇਸ ਲਈ ਕੰਪਿਊਟਰ ਇਸ ਨੂੰ ਡਾਇਰੈਕਟਲੀ ਅੰਡਰਸਟੈਂਡ ਕਰਦਾ ਹੈ, ਅਰਥਾਤ ਇਸ ਕੰਮ ਲਈ ਕਿਸੇ ਭਾਸ਼ਾ ਟਰਾਂਸਲੇਟਰ ਦੀ ਜ਼ਰੂਰਤ ਨਹੀਂ ਪੈਂਦੀ। ਕਿਸੇ ਕਿਸਮ ਦੀ ਟਰਾਂਸਲੇਸ਼ਨ ਦੀ ਲੋੜ ਨਾ ਹੋਣ ਕਰਕੇ ਇਹ ਹਦਾਇਤਾਂ ਤੇਜ਼ੀ ਨਾਲ ਲਾਗੂ ਹੁੰਦੀਆਂ ਨੇ। ਮਸ਼ੀਨ ਭਾਸ਼ਾ ਦੀਆਂ ਹਾਨੀਆਂ। ਡਿਸਐਡਵਾਂਟੇਜਸ ਆਫ ਮਸ਼ੀਨ ਲੈਂਗੁਏਜ। ਮਸ਼ੀਨ ਭਾਸ਼ਾ ਦੀਆਂ ਹਦਾਇਤਾਂ ਨੂੰ ਯਾਦ ਰੱਖਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਇਹ ਹਦਾਇਤਾਂ ਸਿਰਫ ਬਾਈਨਰੀ ਅੰਕਾਂ 0 ਅਤੇ 1 ਤੋਂ ਮਿਲ ਕੇ ਬਣਦੀਆਂ ਹਨ। ਮਸ਼ੀਨ ਭਾਸ਼ਾ ਵਿੱਚ ਬਣਾਏ ਪ੍ਰੋਗਰਾਮ ਵਿੱਚ ਗਲਤੀਆਂ ਲੱਭਣਾ ਬਹੁਤ ਹੀ ਔਖਾ ਹੁੰਦਾ ਹੈ। ਮਸ਼ੀਨ ਭਾਸ਼ਾ ਵਿੱਚ ਪ੍ਰੋਗਰਾਮਿੰਗ ਲਈ ਹਾਰਡਵੇਅਰ ਦੀ ਅੰਦਰੂਨੀ ਬਣਤਰ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ।
ਮਸ਼ੀਨ ਭਾਸ਼ਾ ਵਿੱਚ ਬਣਾਏ ਗਏ ਪ੍ਰੋਗਰਾਮ ਮਸ਼ੀਨ ਡਿਪੈਂਡੈਂਟ ਹੁੰਦੇ ਨੇ, ਅਰਥਾਤ ਮਸ਼ੀਨ ਭਾਸ਼ਾ ਵਿੱਚ ਬਣਾਇਆ ਗਿਆ ਪ੍ਰੋਗਰਾਮ ਕੇਵਲ ਉਸੇ ਹੀ ਤਰ੍ਹਾਂ ਦੀ ਮਸ਼ੀਨ ਉੱਪਰ ਚਲਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਦੀ ਮਸ਼ੀਨ ਉੱਪਰ ਉਸ ਨੂੰ ਬਣਾਇਆ ਗਿਆ ਹੋਵੇ। ਇਹਨਾਂ ਪ੍ਰੋਗਰਾਮਾਂ ਨੂੰ ਭਿੰਨ ਬਣਤਰ ਵਾਲੇ ਕੰਪਿਊਟਰਾਂ ਉੱਪਰ ਨਹੀਂ ਚਲਾਇਆ ਜਾ ਸਕਦਾ। ਅਸੈਂਬਲੀ ਲੈਂਗੁਏਜ, ਇਸ ਭਾਸ਼ਾ ਨੂੰ ਚਿੰਨ੍ਹਾਤਮਕ ਭਾਸ਼ਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਭਾਸ਼ਾ ਵਿੱਚ ਬਾਈਨਰੀ ਕੋਡਸ ਦੀ ਬਜਾਏ ਹਦਾਇਤਾਂ ਲਈ ਚਿੰਨ੍ਹਾਤਮਕ ਨਾਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬਾਈਨਰੀ ਭਾਸ਼ਾ ਦੇ ਮੁਕਾਬਲੇ ਅਸੈਂਬਲੀ ਭਾਸ਼ਾ ਦੀਆਂ ਹਦਾਇਤਾਂ ਦੇ ਚਿੰਨ੍ਹਾਤਮਕ ਨਾਮਾਂ ਨੂੰ ਆਸਾਨੀ ਨਾਲ ਯਾਦ ਰੱਖਿਆ ਜਾ ਸਕਦਾ ਹੈ। ਅਸੈਂਬਲੀ ਭਾਸ਼ਾ ਵਿੱਚ ਆਪਰੇਸ਼ਨ ਕੋਡਸ ਲਈ ਵਰਤੇ ਜਾਣ ਵਾਲੇ ਚਿੰਨ੍ਹਾਤਮਕ ਨਾਮਾਂ ਨੂੰ ਨਿਮੋਨਿਕ ਕੋਡਸ ਕਿਹਾ ਜਾਂਦਾ ਹੈ। ਉਦਾਹਰਨ ਲਈ ਜੋੜ, ਘਟਾਓ, ਗੁਣਾ ਅਤੇ ਭਾਗ ਦੇ ਕੰਮਾਂ ਲਈ ਅਸੈਂਬਲੀ ਭਾਸ਼ਾ ਵਿੱਚ ਐਡ, ਸਬ, ਮਲ ਅਤੇ ਡਿਵ ਚਿੰਨ੍ਹਾਤਮਕ ਨਾਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਕਿਉਂਕਿ ਅਸੈਂਬਲੀ ਭਾਸ਼ਾ ਨੂੰ ਕੰਪਿਊਟਰ ਡਾਇਰੈਕਟਲੀ ਅੰਡਰਸਟੈਂਡ ਨਹੀਂ ਕਰ ਸਕਦਾ, ਇਸ ਲਈ ਅਸੈਂਬਲੀ ਭਾਸ਼ਾ ਵਿੱਚ ਲਿਖੇ ਗਏ ਪ੍ਰੋਗਰਾਮ ਨੂੰ ਕੰਪਿਊਟਰ ਦੇ ਸਮਝਣਯੋਗ ਰੂਪ ਵਿੱਚ ਟਰਾਂਸਲੇਟ ਕਰਨ ਲਈ ਅਸੈਂਬਲਰ ਨਾਮਕ ਭਾਸ਼ਾ ਟਰਾਂਸਲੇਟਰ ਦੀ ਵਰਤੋਂ ਕੀਤੀ ਜਾਂਦੀ ਹੈ। ਅਸੈਂਬਲੀ ਭਾਸ਼ਾ ਦੇ ਲਾਭ, ਐਡਵਾਂਟੇਜਸ ਆਫ ਅਸੈਂਬਲੀ ਲੈਂਗੁਏਜ। ਮਸ਼ੀਨ ਭਾਸ਼ਾ ਦੇ ਮੁਕਾਬਲੇ ਇਸ ਭਾਸ਼ਾ ਨੂੰ ਸਿੱਖਣਾ ਅਤੇ ਇਸ ਵਿੱਚ ਵਰਤੇ ਜਾਂਦੇ ਨਿਮੋਨਿਕ ਕੋਡਸ ਨੂੰ ਯਾਦ ਰੱਖਣਾ ਆਸਾਨ ਹੁੰਦਾ ਹੈ। ਅਸੈਂਬਲੀ ਭਾਸ਼ਾ ਦੇ ਪ੍ਰੋਗਰਾਮ ਵਿੱਚ ਗਲਤੀਆਂ ਲੱਭਣਾ ਅਤੇ ਉਹਨਾਂ ਨੂੰ ਠੀਕ ਕਰਨਾ ਵੀ ਆਸਾਨ ਹੁੰਦਾ ਹੈ। ਅਸੈਂਬਲੀ ਭਾਸ਼ਾ ਦੇ ਪ੍ਰੋਗਰਾਮ ਵੀ ਕੰਮ ਕਰਨ ਵਿੱਚ ਮਸ਼ੀਨ ਭਾਸ਼ਾ ਜਿੰਨੇ ਹੀ ਨਿਪੁੰਨ ਹੁੰਦੇ ਹਨ। ਅਸੈਂਬਲੀ ਭਾਸ਼ਾ ਦੀਆਂ ਹਾਨੀਆਂ, ਡਿਸਐਡਵਾਂਟੇਜਸ ਆਫ ਅਸੈਂਬਲੀ ਲੈਂਗੁਏਜ। ਮਸ਼ੀਨ ਭਾਸ਼ਾ ਵਾਂਗ ਅਸੈਂਬਲੀ ਭਾਸ਼ਾ ਵਿੱਚ ਪ੍ਰੋਗਰਾਮਿੰਗ ਲਈ ਵੀ ਹਾਰਡਵੇਅਰ ਦੀ ਅੰਦਰੂਨੀ ਬਣਤਰ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਅਸੈਂਬਲੀ ਭਾਸ਼ਾ ਵਿੱਚ ਬਣਾਏ ਗਏ ਪ੍ਰੋਗਰਾਮ ਵੀ ਮਸ਼ੀਨ ਇੰਡੀਪੈਂਡੈਂਟ ਹੁੰਦੇ ਹਨ ਕਿਉਂਕਿ ਅਸੈਂਬਲੀ ਭਾਸ਼ਾ ਦੀਆਂ ਹਦਾਇਤਾਂ ਉਸ ਕੰਪਿਊਟਰ ਦੀ ਬਣਤਰ ਉੱਤੇ ਆਧਾਰਿਤ ਹੁੰਦੀਆਂ ਹਨ ਜਿਸ ਉੱਪਰ ਉਹਨਾਂ ਨੂੰ ਬਣਾਇਆ ਗਿਆ ਹੁੰਦਾ ਹੈ। ਇਹਨਾਂ ਹਦਾਇਤਾਂ ਨੂੰ ਭਿੰਨ ਬਣਤਰ ਵਾਲੇ ਕੰਪਿਊਟਰਾਂ ਉੱਪਰ ਨਹੀਂ ਚਲਾਇਆ ਜਾ ਸਕਦਾ। ਹਾਈ ਲੈਵਲ ਲੈਂਗੁਏਜਸ। ਹਾਈ ਲੈਵਲ ਭਾਸ਼ਾਵਾਂ ਅੰਗਰੇਜ਼ੀ ਭਾਸ਼ਾ ਵਰਗੀਆਂ ਹੁੰਦੀਆਂ ਨੇ ਅਤੇ ਪ੍ਰੋਗਰਾਮਿੰਗ ਲਈ ਅਲਫਾ ਨੂਮੈਰਿਕ ਚਿੰਨ੍ਹਾਂ ਦੀ ਵਰਤੋਂ ਕਰਦੀਆਂ ਹਨ। ਇਸ ਲਈ ਇਹਨਾਂ ਭਾਸ਼ਾਵਾਂ ਨੂੰ ਸਿੱਖਣਾ ਅਤੇ ਇਹਨਾਂ ਵਿੱਚ ਕੰਪਿਊਟਰ ਪ੍ਰੋਗਰਾਮ ਤਿਆਰ ਕਰਨਾ ਬਹੁਤ ਆਸਾਨ ਹੁੰਦਾ ਹੈ। ਹਾਈ ਲੈਵਲ ਭਾਸ਼ਾ ਵਿੱਚ ਲਿਖੀ ਗਈ ਹਦਾਇਤ ਨੂੰ ਆਮ ਤੌਰ 'ਤੇ ਸਟੇਟਮੈਂਟ ਕਿਹਾ ਜਾਂਦਾ ਹੈ ਜਿਸ ਦੀ ਇੱਕ ਖਾਸ ਬਣਤਰ ਅਤੇ ਗ੍ਰਾਮਰ ਦਾ ਨਿਯਮ ਹੁੰਦਾ ਹੈ। ਇਹਦੀਆਂ ਉਦਾਹਰਨਾਂ ਨੇ ਪਾਈਥਨ, ਬੇਸਿਕ, ਕਬੋਲ, ਫੋਰਟਰੈਨ, HTML ਆਦਿ। ਹਾਈ ਲੈਵਲ ਭਾਸ਼ਾਵਾਂ ਵਿੱਚ ਲਿਖੇ ਕੋਡਸ ਨੂੰ ਮਸ਼ੀਨ ਦੇ ਸਮਝਣਯੋਗ ਰੂਪ ਵਿੱਚ ਬਦਲਣ ਲਈ ਭਾਸ਼ਾ ਟਰਾਂਸਲੇਟਰ ਦੀ ਲੋੜ ਪੈਂਦੀ ਹੈ। ਇਹ ਦੋ ਕਿਸਮ ਦੇ ਹੁੰਦੇ ਨੇ, ਕੰਪਾਈਲਰ ਤੇ ਇੰਟਰਪ੍ਰੈਟਰ। ਹਾਈ ਲੈਵਲ ਭਾਸ਼ਾਵਾਂ ਦੀਆਂ ਮੁੱਖ ਸ਼੍ਰੇਣੀਆਂ, ਮੇਨ ਕੈਟੇਗਰੀਜ਼ ਆਫ ਹਾਈ ਲੈਵਲ ਲੈਂਗੁਏਜਸ। ਫਸਟ ਕੈਟੇਗਰੀ ਹੈ ਪ੍ਰੋਸੀਜਰਲ ਆਰ ਪ੍ਰੋਸੀਜਰ ਓਰੀਐਂਟਡ ਲੈਂਗੁਏਜਸ। ਇਹਨਾਂ ਭਾਸ਼ਾਵਾਂ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਤੀਸਰੀ ਜਨਰੇਸ਼ਨ ਦੀਆਂ ਭਾਸ਼ਾਵਾਂ ਮੰਨਿਆ ਜਾਂਦਾ ਹੈ। ਪ੍ਰੋਸੀਜਰਲ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਲਈ ਉਸ ਨੂੰ ਛੋਟੇ ਪ੍ਰੋਸੀਜਰਾਂ ਜਾਂ ਸਬ ਰੂਟੀਨਾਂ ਵਿੱਚ ਵੰਡ ਕੇ ਬਣਾਇਆ ਜਾਂਦਾ ਹੈ। ਹਰ ਇੱਕ ਪ੍ਰੋਸੀਜਰ ਵਿੱਚ ਕਿਸੇ ਖਾਸ ਕੰਮ ਨੂੰ ਕਰਵਾਉਣ ਲਈ ਹਦਾਇਤਾਂ ਦੀ ਇੱਕ ਲੜੀ ਲਿਖੀ ਜਾਂਦੀ ਹੈ। ਇਹਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਦੀਆਂ ਹਦਾਇਤਾਂ ਦਾ ਕ੍ਰਮ ਬਹੁਤ ਮਹੱਤਵਪੂਰਨ ਹੁੰਦਾ ਹੈ। ਪ੍ਰੋਸੀਜਰ ਬਣਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਜਾਂ ਇੱਕ ਤੋਂ ਵੱਧ ਵਾਰ ਪ੍ਰੋਗਰਾਮ ਵਿੱਚ ਕਿਸੇ ਥਾਂ ਵਰਤ ਸਕਦੇ ਹਾਂ। ਇਹ ਭਾਸ਼ਾਵਾਂ ਦੀਆਂ ਕੁਝ ਉਦਾਹਰਨਾਂ ਹਨ ਫੋਰਟਰੈਨ, ਕਬੋਲ, ਪਾਸਕਲ, ਸੀ ਆਦਿ। ਸੈਕੰਡ ਕੈਟੇਗਰੀ ਹੈ ਜੀ ਪ੍ਰੋਬਲਮ ਓਰੀਐਂਟਡ ਔਰ ਨਾਨ ਪ੍ਰੋਸੀਜਰਲ ਭਾਸ਼ਾਵਾਂ। ਪ੍ਰੋਬਲਮ ਓਰੀਐਂਟਡ ਭਾਸ਼ਾਵਾਂ ਨੂੰ ਨਾਨ ਪ੍ਰੋਸੀਜਰਲ ਭਾਸ਼ਾਵਾਂ ਵੀ ਕਹਿ ਦਿੱਤਾ ਜਾਂਦਾ ਹੈ। ਇਹਨਾਂ ਭਾਸ਼ਾਵਾਂ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਚੌਥੀ ਜਨਰੇਸ਼ਨ ਦੀਆਂ ਭਾਸ਼ਾਵਾਂ ਮੰਨਿਆ ਜਾਂਦਾ ਹੈ। ਇਹਨਾਂ ਭਾਸ਼ਾਵਾਂ ਵਿੱਚ ਹਦਾਇਤਾਂ ਦੇਣ ਲਈ ਸਧਾਰਨ ਅੰਗਰੇਜ਼ੀ ਨਾਲ ਮਿਲਦੇ ਜੁਲਦੇ ਨਿਯਮ ਵਰਤੇ ਜਾਂਦੇ ਨੇ ਅਤੇ ਇਹਨਾਂ ਨੂੰ ਡਾਟਾਬੇਸ ਐਕਸੈਸ ਕਰਨ ਲਈ ਵਰਤਿਆ ਜਾਂਦਾ ਹੈ। ਇਹਨਾਂ ਭਾਸ਼ਾਵਾਂ ਵਿੱਚ ਕਿਸੇ ਕੰਮ ਨੂੰ ਕਰਵਾਉਣ ਲਈ ਇਕੱਲਾ ਸਟੈਪ ਦੱਸਣ ਦੀ ਬਜਾਏ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਪ੍ਰੋਗਰਾਮ ਦੀ ਆਉਟਪੁੱਟ ਕੀ ਚਾਹੀਦੀ ਹੈ। ਇਹਨਾਂ ਭਾਸ਼ਾਵਾਂ ਦੀਆਂ ਉਦਾਹਰਨਾਂ ਹਨ SQL, ਵਿਜ਼ੂਅਲ ਬੇਸਿਕ, C# ਆਦਿ। ਤੀਸਰੀ ਕੈਟੇਗਰੀ ਹੈ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਲੈਂਗੁਏਜਸ। ਇਹਨਾਂ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਉਸ ਨੂੰ ਆਬਜੈਕਟਾਂ ਵਿੱਚ ਵੰਡਿਆ ਜਾਂਦਾ ਹੈ। ਆਬਜੈਕਟ ਓਰੀਐਂਟਡ ਭਾਸ਼ਾਵਾਂ ਆਬਜੈਕਟ, ਕਲਾਸ, ਇਨਕੈਪਸੂਲੇਸ਼ਨ,
ਡਾਟਾ ਹਾਈਡਿੰਗ, ਇਨਹੈਰੀਟੈਂਸ ਅਤੇ ਪੋਲੀਮਾਰਫਿਜ਼ਮ ਆਦਿ ਸੰਕਲਪਾਂ ਦਾ ਸਮਰਥਨ ਕਰਦੀਆਂ ਨੇ। ਅੱਜ ਕੱਲ੍ਹ C++ ਅਤੇ ਜਾਵਾ ਸਭ ਤੋਂ ਵੱਧ ਮਸ਼ਹੂਰ ਅਤੇ ਜ਼ਿਆਦਾ ਵਰਤੀਆਂ ਜਾਣ ਵਾਲੀਆਂ ਆਬਜੈਕਟ ਓਰੀਐਂਟਡ ਭਾਸ਼ਾਵਾਂ ਹਨ। ਪ੍ਰੋਗਰਾਮਿੰਗ ਭਾਸ਼ਾਵਾਂ ਦੀ ਚੌਥੀ ਕੈਟੇਗਰੀ ਹੈ ਲੌਜਿਕ ਓਰੀਐਂਟਡ ਲੈਂਗੁਏਜ। ਇਹ ਭਾਸ਼ਾਵਾਂ ਵੱਖ-ਵੱਖ ਕੰਪਿਊਟੇਸ਼ਨਲ ਸਮੱਸਿਆਵਾਂ ਦੇ ਹੱਲ ਲਈ ਡਿਜ਼ਾਈਨ ਵਿਧੀ ਵਜੋਂ ਲੌਜਿਕ ਪ੍ਰੋਗਰਾਮਿੰਗ ਮਾਡਲ ਵਰਤਦੀਆਂ ਹਨ। ਲੌਜਿਕ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਲਿਖਿਆ ਕੋਈ ਵੀ ਪ੍ਰੋਗਰਾਮ ਲੌਜੀਕਲ ਰੂਪ ਵਿੱਚ ਵਾਕਾਂ ਦਾ ਸਮੂਹ ਹੁੰਦਾ ਹੈ। ਇਹ ਵਾਕ ਕਿਸੇ ਸਮੱਸਿਆ ਦੇ ਤੱਥਾਂ ਅਤੇ ਨਿਯਮਾਂ ਨੂੰ ਦਰਸਾਉਂਦੇ ਹਨ। ਮੁੱਖ ਲੌਜਿਕ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਪ੍ਰੋਲੋਗ, ASP ਅਤੇ ਡਾਟਾਲੌਗ ਭਾਸ਼ਾਵਾਂ ਸ਼ਾਮਲ ਹਨ। ਅਜਿਹੀਆਂ ਭਾਸ਼ਾਵਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦੇ ਖੇਤਰ ਵਿੱਚ ਬਹੁਤ ਫਾਇਦੇਮੰਦ ਹਨ। ਹਾਈ ਲੈਵਲ ਭਾਸ਼ਾਵਾਂ ਦੇ ਲਾਭ, ਐਡਵਾਂਟੇਜਸ ਆਫ ਹਾਈ ਲੈਵਲ ਲੈਂਗੁਏਜਸ। ਇਹਨਾਂ ਭਾਸ਼ਾਵਾਂ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਲਾਭ ਹੈ ਜੀ, ਲੋ ਲੈਵਲ ਭਾਸ਼ਾਵਾਂ ਦੇ ਮੁਕਾਬਲੇ ਹਾਈ ਲੈਵਲ ਭਾਸ਼ਾਵਾਂ ਸਿੱਖਣਾ ਅਤੇ ਸਮਝਣਾ ਆਸਾਨ ਹੈ। ਇਹਨਾਂ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮਾਂ ਵਿੱਚ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨਾ ਵੀ ਆਸਾਨ ਹੈ। ਇਹ ਭਾਸ਼ਾਵਾਂ ਬਹੁਤ ਸਾਰੇ ਬਿਲਟ ਇਨ ਫੰਕਸ਼ਨ ਪ੍ਰਦਾਨ ਕਰਦੀਆਂ ਨੇ, ਜਿਨ੍ਹਾਂ ਨਾਲ ਪ੍ਰੋਗਰਾਮਰ ਦਾ ਬਹੁਤ ਸਾਰਾ ਸਮਾਂ ਬਚ ਜਾਂਦਾ ਹੈ। ਇਹਨਾਂ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮ ਮਸ਼ੀਨ ਇੰਡੀਪੈਂਡੈਂਟ ਹੁੰਦੇ ਨੇ, ਅਰਥਾਤ ਇੱਕ ਕੰਪਿਊਟਰ ਉੱਪਰ ਲਿਖਿਆ ਪ੍ਰੋਗਰਾਮ ਹੋਰ ਭਿੰਨ ਬਣਤਰਾਂ ਵਾਲੇ ਕੰਪਿਊਟਰਾਂ ਉੱਤੇ ਥੋੜ੍ਹੀ ਬਹੁਤ ਤਬਦੀਲੀ ਨਾਲ ਜਾਂ ਬਿਨਾਂ ਕਿਸੇ ਤਬਦੀਲੀ ਦੇ ਚਲਾਇਆ ਜਾ ਸਕਦਾ ਹੈ। ਹਾਈ ਲੈਵਲ ਭਾਸ਼ਾਵਾਂ ਦੀਆਂ ਹਾਨੀਆਂ, ਡਿਸਐਡਵਾਂਟੇਜਸ ਆਫ ਹਾਈ ਲੈਵਲ ਲੈਂਗੁਏਜਸ। ਆਓ ਹੁਣ ਜਾਣੀਏ ਕਿ ਹਾਈ ਲੈਵਲ ਭਾਸ਼ਾਵਾਂ ਵਿੱਚ ਅਜਿਹੀਆਂ ਕੀ ਕਮੀਆਂ ਨੇ। ਪਹਿਲੀ ਕਮੀ ਹੈ ਹਾਈ ਲੈਵਲ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮ ਦੀ ਕੁਸ਼ਲਤਾ ਲੋ ਲੈਵਲ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮ ਦੇ ਮੁਕਾਬਲੇ ਕਾਫੀ ਘੱਟ ਹੁੰਦੀ ਹੈ, ਕਿਉਂਕਿ ਇਹਨਾਂ ਭਾਸ਼ਾਵਾਂ ਨੂੰ ਕੰਪਿਊਟਰ ਡਾਇਰੈਕਟਲੀ ਅੰਡਰਸਟੈਂਡ ਨਹੀਂ ਕਰ ਸਕਦਾ। ਪਹਿਲਾਂ ਭਾਸ਼ਾ ਟਰਾਂਸਲੇਟਰ ਦੀ ਮਦਦ ਨਾਲ ਇਹਨਾਂ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਵਿੱਚ ਟਰਾਂਸਲੇਟ ਕਰਨਾ ਪੈਂਦਾ ਹੈ ਅਤੇ ਫਿਰ ਕੰਪਿਊਟਰ ਦੇ ਸਮਝਣ ਯੋਗ ਬਣਦੀ ਹੈ। ਇਹਨਾਂ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਚਲਾਉਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਇਹਨਾਂ ਦੇ ਕੰਮ ਕਰਨ ਲਈ ਵਧੇਰੇ ਮੈਮਰੀ ਦੀ ਜ਼ਰੂਰਤ ਹੁੰਦੀ ਹੈ। ਤੀਸਰਾ ਹੈ ਲੋ ਲੈਵਲ ਭਾਸ਼ਾਵਾਂ ਦੇ ਮੁਕਾਬਲੇ ਘੱਟ ਲਚਕਦਾਰ ਹੁੰਦੀਆਂ ਨੇ, ਕਿਉਂਕਿ ਇਹਨਾਂ ਭਾਸ਼ਾਵਾਂ ਵਿੱਚ ਕੰਪਿਊਟਰ ਦੇ ਹਾਰਡਵੇਅਰ ਜਿਵੇਂ ਕਿ CPU, ਮੈਮਰੀ ਅਤੇ ਰਜਿਸਟਰਾਂ ਆਦਿ ਨੂੰ ਕੰਟਰੋਲ ਕਰਨ ਵਾਲੀਆਂ ਹਦਾਇਤਾਂ ਨਹੀਂ ਹੁੰਦੀਆਂ। ਲੈਂਗੁਏਜ ਟਰਾਂਸਲੇਟਰਸ। ਅਸੈਂਬਲੀ ਜਾਂ ਹਾਈ ਲੈਵਲ ਭਾਸ਼ਾਵਾਂ ਵਿੱਚ ਤਿਆਰ ਕੀਤੇ ਪ੍ਰੋਗਰਾਮਸ ਨੂੰ ਕੰਪਿਊਟਰ ਸਿੱਧਾ ਨਹੀਂ ਸਮਝ ਸਕਦਾ। ਅਜਿਹੇ ਪ੍ਰੋਗਰਾਮਸ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣ ਲਈ ਜਿਹੜੇ ਸਿਸਟਮ ਸੌਫਟਵੇਅਰ ਵਰਤੇ ਜਾਂਦੇ ਨੇ ਉਹਨਾਂ ਨੂੰ ਭਾਸ਼ਾ ਟਰਾਂਸਲੇਟਰ ਕਿਹਾ ਜਾਂਦਾ ਹੈ। ਭਾਸ਼ਾ ਟਰਾਂਸਲੇਟਰ ਦੋ ਮੁੱਖ ਕੰਮ ਕਰਦੇ ਨੇ, ਸੋਰਸ ਕੋਡ ਨੂੰ ਆਬਜੈਕਟ ਕੋਡ ਵਿੱਚ ਬਦਲਣਾ ਅਤੇ ਸੋਰਸ ਪ੍ਰੋਗਰਾਮ ਵਿੱਚ ਸਿੰਟੈਕਸ ਦੀਆਂ ਗਲਤੀਆਂ ਦਾ ਪਤਾ ਲਗਾਉਣਾ। ਸੋਰਸ ਕੋਡ ਕਹਿੰਦੇ ਆ ਯੂਜ਼ਰ ਦੁਆਰਾ ਬਣਾਏ ਗਏ ਪ੍ਰੋਗਰਾਮ ਨੂੰ, ਅਤੇ ਜਦੋਂ ਇਸ ਨੂੰ ਭਾਸ਼ਾ ਟਰਾਂਸਲੇਟਰ ਦੁਆਰਾ ਮਸ਼ੀਨ ਭਾਸ਼ਾ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਇਹ ਆਬਜੈਕਟ ਕੋਡ ਬਣ ਜਾਂਦਾ ਹੈ। ਭਾਸ਼ਾ ਟਰਾਂਸਲੇਟਰ ਦੀਆਂ ਤਿੰਨ ਕਿਸਮਾਂ ਨੇ, ਅਸੈਂਬਲਰ, ਕੰਪਾਈਲਰ ਅਤੇ ਇੰਟਰਪ੍ਰੈਟਰ। ਅਸੈਂਬਲਰ। ਇਹ ਭਾਸ਼ਾ ਟਰਾਂਸਲੇਟਰ ਅਸੈਂਬਲੀ ਭਾਸ਼ਾ ਵਿੱਚ ਲਿਖੇ ਗਏ ਪ੍ਰੋਗਰਾਮ ਨੂੰ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਅਸੈਂਬਲੀ ਭਾਸ਼ਾ 'ਚ ਲਿਖੇ ਗਏ ਪ੍ਰੋਗਰਾਮ ਨੂੰ ਸੋਰਸ ਪ੍ਰੋਗਰਾਮ ਕਿਹਾ ਜਾਂਦਾ ਹੈ ਅਤੇ ਇਹ ਸੋਰਸ ਪ੍ਰੋਗਰਾਮ ਨੂੰ ਕੰਪਿਊਟਰ ਸਿੱਧੇ ਤੌਰ 'ਤੇ ਨਹੀਂ ਸਮਝ ਸਕਦਾ, ਇਸ ਲਈ ਇਸ ਨੂੰ ਚਲਾਉਣ ਲਈ ਮਸ਼ੀਨ ਦੇ ਸਮਝਣਯੋਗ ਫਾਰਮੈਟ ਵਿੱਚ ਟਰਾਂਸਲੇਟ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਅਸੈਂਬਲੀ ਭਾਸ਼ਾ ਦੇ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਦੇ ਸਮਝਣਯੋਗ ਰੂਪ ਵਿੱਚ ਬਦਲਣ ਲਈ ਅਸੈਂਬਲਰ ਦੀ ਵਰਤੋਂ ਕੀਤੀ ਜਾਂਦੀ ਹੈ। ਸੋਰਸ ਪ੍ਰੋਗਰਾਮ ਦੀ ਟਰਾਂਸਲੇਸ਼ਨ ਤੋਂ ਬਾਅਦ ਬਣੇ ਕੋਡ ਨੂੰ ਆਬਜੈਕਟ ਪ੍ਰੋਗਰਾਮ ਕਿਹਾ ਜਾਂਦਾ ਹੈ। ਇਹ ਆਬਜੈਕਟ ਪ੍ਰੋਗਰਾਮ ਹੀ ਪ੍ਰੋਸੈਸਰ ਨੂੰ ਪ੍ਰੋਗਰਾਮ ਚਲਾਉਣ ਲਈ ਮੁਹੱਈਆ ਕਰਵਾਇਆ ਜਾਂਦਾ ਹੈ। ਜਿਵੇਂ ਕਿ ਆਪਾਂ ਇਸ ਚਿੱਤਰ ਵਿੱਚ ਦੇਖ ਸਕਦੇ ਹਾਂ, ਇਸ ਵਿੱਚ ਅਸੈਂਬਲਰ ਨੂੰ ਇਨਪੁਟ ਦੇ ਵਜੋਂ ਅਸੈਂਬਲੀ ਭਾਸ਼ਾ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਅਤੇ ਇਹ ਮਸ਼ੀਨ ਦੇ ਸਮਝਣਯੋਗ ਪ੍ਰੋਗਰਾਮ ਨੂੰ ਆਉਟਪੁੱਟ ਦੇ ਰੂਪ ਵਿੱਚ ਪ੍ਰਦਾਨ ਕਰ ਰਿਹਾ ਹੈ। ਹਾਈ ਲੈਵਲ ਭਾਸ਼ਾਵਾਂ ਲਈ ਦੋ ਤਰ੍ਹਾਂ ਦੇ ਟਰਾਂਸਲੇਟਰ ਵਰਤੇ ਜਾਂਦੇ ਨੇ, ਇੰਟਰਪ੍ਰੈਟਰ ਅਤੇ ਕੰਪਾਈਲਰ। ਇਹਨਾਂ ਦੋਵਾਂ ਦੀ ਵਰਤੋਂ ਹਾਈ ਲੈਵਲ ਭਾਸ਼ਾਵਾਂ ਵਿੱਚ ਲਿਖੇ ਗਏ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਦੇ ਸਮਝਣਯੋਗ ਰੂਪ ਵਿੱਚ ਬਦਲਣ ਲਈ ਕੀਤੀ ਜਾਂਦੀ ਹੈ। ਆਓ ਪਹਿਲਾਂ ਇੰਟਰਪ੍ਰੈਟਰ ਬਾਰੇ ਜਾਣ ਲੈਂਦੇ ਹਾਂ। ਇੰਟਰਪ੍ਰੈਟਰ ਹਾਈ ਲੈਵਲ ਭਾਸ਼ਾ ਵਿੱਚ ਬਣੇ ਪ੍ਰੋਗਰਾਮ ਦੀ ਇੱਕ ਸਮੇਂ ਇੱਕ ਸਟੇਟਮੈਂਟ ਨੂੰ ਲੈਂਦਾ ਹੈ ਅਤੇ ਇਸ ਨੂੰ ਮਸ਼ੀਨ ਭਾਸ਼ਾ ਦੀ ਹਦਾਇਤ ਵਿੱਚ ਤਬਦੀਲ ਕਰ ਦਿੰਦਾ ਹੈ। ਇਸ ਟਰਾਂਸਲੇਸ਼ਨ ਤਕਨੀਕ ਵਿੱਚ ਕੋਈ ਵੀ ਆਬਜੈਕਟ ਪ੍ਰੋਗਰਾਮ ਸੇਵ ਨਹੀਂ ਕੀਤਾ ਜਾਂਦਾ, ਸਗੋਂ ਹਰ ਵਾਰ ਪ੍ਰੋਗਰਾਮ ਨੂੰ ਚਲਾਉਣ 'ਤੇ ਟਰਾਂਸਲੇਸ਼ਨ ਦੁਹਰਾਈ ਜਾਂਦੀ ਹੈ।
ਆਪਣਾ ਦੂਸਰਾ ਹਾਈ ਲੈਵਲ ਲੈਂਗੁਏਜ ਟਰਾਂਸਲੇਟਰ ਹੈ ਕੰਪਾਈਲਰ। ਕੰਪਾਈਲਰ ਦੁਆਰਾ ਹਾਈ ਲੈਵਲ ਭਾਸ਼ਾ ਵਿੱਚ ਲਿਖੇ ਪ੍ਰੋਗਰਾਮ ਦੀਆਂ ਸਾਰੀਆਂ ਸਟੇਟਮੈਂਟਸ ਨੂੰ ਇਕੱਠਾ ਪੜ੍ਹ ਕੇ ਮਸ਼ੀਨ ਦੇ ਸਮਝਣਯੋਗ ਰੂਪ ਵਿੱਚ ਇੱਕ ਹੀ ਵਾਰ ਵਿੱਚ ਟਰਾਂਸਲੇਟ ਕਰ ਦਿੱਤਾ ਜਾਂਦਾ ਹੈ ਅਤੇ ਮੈਮਰੀ ਵਿੱਚ ਆਬਜੈਕਟ ਪ੍ਰੋਗਰਾਮ ਦੇ ਰੂਪ ਵਿੱਚ ਸਟੋਰ ਕਰ ਦਿੱਤਾ ਜਾਂਦਾ ਹੈ। ਹੁਣ ਜਦੋਂ ਵੀ ਪ੍ਰੋਗਰਾਮ ਨੂੰ ਚਲਾਇਆ ਜਾਂਦਾ ਹੈ, ਇਹ ਆਬਜੈਕਟ ਪ੍ਰੋਗਰਾਮ ਹੀ ਕੰਪਿਊਟਰ ਸਿਸਟਮ ਨੂੰ ਮੁਹੱਈਆ ਕਰਾਇਆ ਜਾਂਦਾ ਹੈ। ਇੰਟਰਪ੍ਰੈਟਰ ਦੇ ਮੁਕਾਬਲੇ ਵਿੱਚ ਕੰਪਾਈਲਰ ਸੋਰਸ ਪ੍ਰੋਗਰਾਮ ਨੂੰ ਟਰਾਂਸਲੇਟ ਕਰਨ ਵਿੱਚ ਜ਼ਿਆਦਾ ਸਮਾਂ ਲੈਂਦਾ ਹੈ, ਪਰੰਤੂ ਕੰਪਾਈਲ ਕੀਤਾ ਗਿਆ ਆਬਜੈਕਟ ਪ੍ਰੋਗਰਾਮ ਇੰਟਰਪ੍ਰੈਟ ਕੀਤੇ ਗਏ ਪ੍ਰੋਗਰਾਮ ਦੀ ਤੁਲਨਾ ਵਿੱਚ ਬਹੁਤ ਤੇਜ਼ੀ ਨਾਲ ਚੱਲਦੇ ਹਨ। ਹਰ ਇੱਕ ਹਾਈ ਲੈਵਲ ਭਾਸ਼ਾ ਦਾ ਆਪਣਾ ਕੰਪਾਈਲਰ ਜਾਂ ਇੰਟਰਪ੍ਰੈਟਰ ਹੁੰਦਾ ਹੈ ਤੇ ਅਸੀਂ ਇੱਕ ਭਾਸ਼ਾ ਦੇ ਸੋਰਸ ਕੋਡ ਨੂੰ ਦੂਜੀ ਭਾਸ਼ਾ ਦੇ ਕੰਪਾਈਲਰ ਨਾਲ ਕੰਪਾਈਲ ਨਹੀਂ ਕਰ ਸਕਦੇ। ਉਦਾਹਰਨ ਲਈ ਫੋਰਟਰਨ ਭਾਸ਼ਾ ਦੇ ਕੰਪਾਈਲਰ ਦੀ ਵਰਤੋਂ ਕਵੋਲ ਭਾਸ਼ਾ ਵਿੱਚ ਲਿਖੇ ਸੋਰਸ ਕੋਡ ਨੂੰ ਕੰਪਾਈਲ ਕਰਨ ਲਈ ਨਹੀਂ ਕੀਤੀ ਜਾ ਸਕਦੀ। ਹੁਣ ਆਪਾਂ ਦੇਖਦੇ ਹਾਂ ਕਿ ਪ੍ਰੋਗਰਾਮਿੰਗ ਪ੍ਰੋਸੈਸ ਕੀ ਹੁੰਦਾ ਹੈ। ਕੰਪਿਊਟਰ ਤੋਂ ਕੰਮ ਲੈਣ ਲਈ ਪ੍ਰੋਗਰਾਮਸ ਦੀ ਲੋੜ ਹੁੰਦੀ ਹੈ। ਪ੍ਰੋਗਰਾਮ ਵਿਚਲੀਆਂ ਹਦਾਇਤਾਂ ਕੰਪਿਊਟਰ ਨੂੰ ਇਹ ਦੱਸਦੀਆਂ ਨੇ ਕਿ ਦਿੱਤੀ ਗਈ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਣਾ ਹੈ। ਪ੍ਰੋਗਰਾਮਿੰਗ ਪ੍ਰਕਿਰਿਆ ਦੇ ਕਦਮਾਂ ਨੂੰ ਇਸ ਤਰਤੀਬ ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਪਹਿਲਾ ਸਟੈਪ ਹੈ ਜੀ ਡਿਫਾਈਨਿੰਗ ਦਾ ਪ੍ਰੋਬਲਮ ਟੂ ਬੀ ਸੋਲਵਡ। ਹੱਲ ਕੀਤੀ ਜਾਣ ਵਾਲੀ ਸਮੱਸਿਆ ਨੂੰ ਪਰਿਭਾਸ਼ਿਤ ਕਰਨਾ। ਇਹ ਪ੍ਰੋਗਰਾਮਿੰਗ ਪ੍ਰਕਿਰਿਆ ਦਾ ਪਹਿਲਾ ਕਦਮ ਹੈ। ਪ੍ਰੋਗਰਾਮਰ ਨੂੰ ਆਪਣੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਮੱਸਿਆ ਦੇ ਵੇਰਵੇ ਜਾਣਨੇ ਜ਼ਰੂਰੀ ਹੁੰਦੇ ਨੇ। ਸਮੱਸਿਆ ਦੇ ਵਿਸ਼ਲੇਸ਼ਣ ਨਾਲ ਸਮੱਸਿਆ ਦੇ ਹੱਲ ਲਈ ਲੋੜੀਂਦੀ ਜਾਣਕਾਰੀ ਅਤੇ ਨਤੀਜੇ ਪ੍ਰਾਪਤ ਹੁੰਦੇ ਨੇ। ਸਮੱਸਿਆ ਦੀ ਸਪਸ਼ਟ ਸਮਝ ਹੋਣ ਤੋਂ ਬਾਅਦ ਹੀ ਪ੍ਰੋਗਰਾਮਰ ਦਿੱਤੀ ਗਈ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਏਗਾ ਇਸ ਬਾਰੇ ਸੋਚਣਾ ਸ਼ੁਰੂ ਕਰਦਾ ਹੈ। ਦੂਸਰਾ ਸਟੈਪ ਹੈ ਜੀ ਪਲਾਨ ਦਾ ਸੋਲੂਸ਼ਨ ਆਫ ਦਾ ਪ੍ਰੋਬਲਮ, ਯਾਨੀ ਕਿ ਹੱਲ ਦੀ ਯੋਜਨਾ ਬਣਾਉਣਾ। ਸਮੱਸਿਆ ਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਅਗਲਾ ਕਦਮ ਸਮੱਸਿਆ ਦੇ ਹੱਲ ਲਈ ਕੀਤੇ ਜਾਣ ਵਾਲੇ ਕਦਮਾਂ ਦੀ ਇੱਕ ਵਿਸਥਾਰਤ ਸੂਚੀ ਤਿਆਰ ਕਰਨਾ ਹੈ। ਇਸ ਲਈ ਪ੍ਰੋਗਰਾਮ ਦੀਆਂ ਹਦਾਇਤਾਂ ਦੀ ਉਚਿਤਤਾ ਅਤੇ ਸਹੀ ਤਰਤੀਬ ਤੈਅ ਕਰਨ ਲਈ ਪ੍ਰੋਗਰਾਮਰ ਨੂੰ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਇਸ ਦੀ ਯੋਜਨਾ ਬਣਾਉਣੀ ਲਾਜ਼ਮੀ ਹੁੰਦੀ ਹੈ। ਪ੍ਰੋਗਰਾਮਾਂ ਵਿੱਚ ਸਟੈਪਸ ਦੀ ਪਲੈਨਿੰਗ ਅਤੇ ਪਰਿਭਾਸ਼ਾ ਲਈ ਪ੍ਰੋਗਰਾਮਰ ਆਮ ਤੌਰ ਤੇ ਐਲਗੋਰਿਦਮ ਅਤੇ ਫਲੋ ਚਾਰਟਸ ਦੀ ਵਰਤੋਂ ਕਰਦੇ ਨੇ। ਪ੍ਰੋਗਰਾਮਿੰਗ ਦਾ ਤੀਸਰਾ ਸਟੈਪ ਹੈ ਕੋਡਿੰਗ ਦਾ ਸੋਲੂਸ਼ਨ, ਹੱਲ ਦੀ ਕੋਡਿੰਗ ਕਰਨਾ। ਫਲੋ ਚਾਰਟ ਵਿੱਚ ਪਰਿਭਾਸ਼ਿਤ ਆਪਰੇਸ਼ਨਾਂ ਦੇ ਕ੍ਰਮ ਨੂੰ ਕਿਸੇ ਵੀ ਉੱਚ ਪੱਧਰੀ ਪ੍ਰੋਗਰਾਮਿੰਗ ਭਾਸ਼ਾ ਜਿਵੇਂ ਕਿ C++ ਅਤੇ ਪਾਸਕਲ ਆਦਿ ਦੀ ਵਰਤੋਂ ਨਾਲ ਪ੍ਰੋਗਰਾਮ ਹਦਾਇਤਾਂ ਵਿੱਚ ਬਦਲਿਆ ਜਾ ਸਕਦਾ ਹੈ। ਕਿਸੇ ਵੀ ਕੰਪਿਊਟਰ ਭਾਸ਼ਾ ਦੀ ਵਰਤੋਂ ਨਾਲ ਇੱਕ ਪ੍ਰੋਗਰਾਮ ਦੀਆਂ ਹਦਾਇਤਾਂ ਲਿਖਣ ਨੂੰ ਕੋਡਿੰਗ ਕਿਹਾ ਜਾਂਦਾ ਹੈ। ਅਗਲਾ ਸਟੈਪ ਹੈ ਕੰਪਾਈਲਿੰਗ ਦਾ ਪ੍ਰੋਗਰਾਮਸ, ਪ੍ਰੋਗਰਾਮਾਂ ਨੂੰ ਕੰਪਾਈਲ ਕਰਨਾ। ਹਾਈ ਲੈਵਲ ਭਾਸ਼ਾ ਵਿੱਚ ਪ੍ਰੋਗਰਾਮ ਬਣਾਉਣ ਤੋਂ ਬਾਅਦ ਇਸ ਨੂੰ ਅਜਿਹੇ ਰੂਪ ਵਿੱਚ ਟਰਾਂਸਲੇਟ ਕਰਨਾ ਪੈਂਦਾ ਹੈ ਜਿਸ ਨੂੰ ਕੰਪਿਊਟਰ ਸਮਝ ਸਕੇ ਤੇ ਲਾਗੂ ਕਰ ਸਕੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਕੰਪਿਊਟਰ ਸਿਰਫ ਬਾਈਨਰੀ ਫਾਰਮੈਟ ਵਿੱਚ ਹੀ ਹਦਾਇਤਾਂ ਨੂੰ ਸਮਝਦਾ ਹੈ। ਇਸ ਲਈ ਕੰਪਿਊਟਰ ਹਾਈ ਲੈਵਲ ਭਾਸ਼ਾਵਾਂ ਵਿੱਚ ਲਿਖੇ ਸੋਰਸ ਪ੍ਰੋਗਰਾਮ ਨੂੰ ਸਮਝਣ ਦੇ ਯੋਗ ਨਹੀਂ ਹੁੰਦਾ। ਇਸ ਲਈ ਭਾਸ਼ਾ ਟਰਾਂਸਲੇਟਰਾਂ ਦੀ ਮਦਦ ਨਾਲ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਵਿੱਚ ਤਬਦੀਲ ਕੀਤਾ ਜਾਂਦਾ ਹੈ। ਸੋਰਸ ਕੋਡ ਦੇ ਆਬਜੈਕਟ ਕੋਡ ਵਿੱਚ ਇਸ ਟਰਾਂਸਲੇਸ਼ਨ ਨੂੰ ਹੀ ਕੰਪਾਈਲੇਸ਼ਨ ਕਿਹਾ ਜਾਂਦਾ ਹੈ। ਤੇ ਜਦੋਂ ਵੀ ਅਸੀਂ ਪ੍ਰੋਗਰਾਮ ਨੂੰ ਚਲਾਉਣਾ ਹੁੰਦਾ ਹੈ, ਇਹ ਆਬਜੈਕਟ ਕੋਡ ਹੀ ਕੰਪਿਊਟਰ ਨੂੰ ਚਲਾਉਣ ਲਈ ਮੁਹੱਈਆ ਕਰਾਇਆ ਜਾਂਦਾ ਹੈ। ਪੰਜਵਾਂ ਸਟੈਪ ਹੈ ਟੈਸਟਿੰਗ ਐਂਡ ਡਿਬੱਗਿੰਗ ਦਾ ਪ੍ਰੋਗਰਾਮ, ਪ੍ਰੋਗਰਾਮ ਦੀ ਟੈਸਟਿੰਗ ਤੇ ਡਿਬੱਗਿੰਗ ਕਰਨਾ। ਟੈਸਟਿੰਗ ਤੇ ਡਿਬੱਗਿੰਗ ਦੋਨੋਂ ਹੀ ਪ੍ਰੋਗਰਾਮ ਬਣਾਉਣ ਦੇ ਮਹੱਤਵਪੂਰਨ ਸਟੈਪ ਨੇ। ਟੈਸਟਿੰਗ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਇਹ ਤੈਅ ਕਰਦੀ ਹੈ ਕਿ ਪ੍ਰੋਗਰਾਮ ਉਦੇਸ਼ਿਤ ਕਾਰਜ ਨੂੰ ਪੂਰਾ ਕਰਦਾ ਹੈ ਕਿ ਨਹੀਂ। ਪ੍ਰੋਗਰਾਮ ਵਿੱਚ ਮੌਜੂਦ ਗਲਤੀਆਂ ਨੂੰ ਬਗਸ ਕਿਹਾ ਜਾਂਦਾ ਹੈ ਤੇ ਇਹਨਾਂ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਰਿਆ ਡਿਬੱਗਿੰਗ ਅਖਵਾਉਂਦੀ ਹੈ। ਲਾਸਟ ਸਟੈਪ ਹੁੰਦਾ ਹੈ ਜੀ ਡਾਕੂਮੈਂਟਿੰਗ ਦਾ ਪ੍ਰੋਗਰਾਮ, ਪ੍ਰੋਗਰਾਮ ਦਾ ਦਸਤਾਵੇਜ਼ੀਕਰਨ ਕਰਨਾ। ਪ੍ਰੋਗਰਾਮ ਬਣਾਉਣ ਦੀ ਪ੍ਰਕਿਰਿਆ ਦਾ ਆਖਰੀ ਪੜਾਅ ਹੈ ਦਸਤਾਵੇਜ਼ੀਕਰਨ, ਯਾਨੀ ਕਿ ਪ੍ਰੋਗਰਾਮ ਬਾਰੇ ਮਹੱਤਵਪੂਰਨ ਜਾਣਕਾਰੀ ਨੂੰ ਸਪੈਸੀਫਾਈ ਕਰਨਾ। ਦਸਤਾਵੇਜ਼ੀਕਰਨ ਦੂਜੇ ਪ੍ਰੋਗਰਾਮਰ ਨੂੰ ਪ੍ਰੋਗਰਾਮ ਦੇ ਲੌਜਿਕ ਅਤੇ ਉਦੇਸ਼ ਨੂੰ ਸਮਝਣ ਦੇ ਯੋਗ ਬਣਾਉਂਦੀ ਹੈ। ਅਰਥਾਤ ਜਦੋਂ ਸਾਡੇ ਬਣਾਏ ਹੋਏ ਪ੍ਰੋਗਰਾਮ ਨੂੰ ਕੋਈ ਹੋਰ ਪ੍ਰੋਗਰਾਮਰ ਦੇਖੇਗਾ ਤਾਂ ਉਸ ਨੂੰ ਡਾਕੂਮੈਂਟੇਸ਼ਨ ਪੜ੍ਹ ਕੇ ਪ੍ਰੋਗਰਾਮ ਦਾ ਲੌਜਿਕ ਅਤੇ ਉਦੇਸ਼ ਪੂਰੀ ਤਰ੍ਹਾਂ ਸਮਝ ਆ ਜਾਏਗਾ ਅਤੇ ਪ੍ਰੋਗਰਾਮ ਵਿਚਲੀ ਇਕੱਲੀ ਹਦਾਇਤ ਕਿਸ ਕੰਮ ਲਈ ਲਿਖੀ ਗਈ ਹੈ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ। ਸਟੂਡੈਂਟਸ, ਆਓ ਕੁਝ ਮਹੱਤਵਪੂਰਨ ਗੱਲਾਂ ਆਪਾਂ ਫਿਰ ਤੋਂ ਬਰੀਫਲੀ ਜਾਣ ਲਈਏ। ਇੱਕ ਪ੍ਰੋਗਰਾਮ ਹਦਾਇਤਾਂ ਦਾ ਸਮੂਹ ਹੁੰਦਾ ਹੈ, ਜਦੋਂ ਕਿ ਇੱਕ ਸੌਫਟਵੇਅਰ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ। ਪ੍ਰੋਗਰਾਮ ਨੂੰ ਲਿਖਣ ਵਾਲਾ ਵਿਅਕਤੀ ਪ੍ਰੋਗਰਾਮਰ ਅਖਵਾਉਂਦਾ ਹੈ। ਪ੍ਰੋਗਰਾਮ ਲਿਖਣ ਦੀ ਪ੍ਰਕਿਰਿਆ ਨੂੰ ਪ੍ਰੋਗਰਾਮਿੰਗ ਕਿਹਾ ਜਾਂਦਾ ਹੈ। ਮਸ਼ੀਨ ਭਾਸ਼ਾ ਕੰਪਿਊਟਰ ਦੁਆਰਾ ਸਿੱਧੇ ਤੌਰ ਤੇ ਸਮਝੀ ਜਾਂਦੀ ਹੈ, ਜੋ ਕਿ ਬਾਈਨਰੀ ਅੰਕਾਂ 0 ਤੇ 1 ਤੋਂ ਮਿਲ ਕੇ ਬਣਦੀ ਹੈ। ਅਸੈਂਬਲੀ ਭਾਸ਼ਾ ਪ੍ਰੋਗਰਾਮ ਵਿੱਚ ਹਦਾਇਤਾਂ ਲਿਖਣ ਲਈ ਨਿਮੋਨਿਕ ਕੋਡ ਦੀ ਵਰਤੋਂ ਕੀਤੀ ਜਾਂਦੀ ਹੈ।
ਤੇ ਹਾਈ ਲੈਵਲ ਭਾਸ਼ਾ ਪ੍ਰੋਗਰਾਮ ਵਿੱਚ ਹਦਾਇਤਾਂ ਲਿਖਣ ਲਈ ਅਲਫਾ ਨੂਮੈਰਿਕ ਕੋਡ ਦੀ ਵਰਤੋਂ ਕੀਤੀ ਜਾਂਦੀ ਹੈ। ਆਸ ਕਰਦਾ ਹਾਂ ਕਿ ਪਿਆਰੇ ਵਿਦਿਆਰਥੀਆਂ ਨੂੰ ਇਸ ਪ੍ਰੈਜੈਂਟੇਸ਼ਨ ਵਿੱਚ ਡਿਸਕਸ ਕੀਤੇ ਸਾਰੇ ਟੌਪਿਕਸ ਵਧੀਆ ਢੰਗ ਨਾਲ ਸਮਝ ਆ ਗਏ ਹੋਣੇ ਹੈ। ਇਸ ਵੀਡੀਓ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।